ਅੱਜ 19 ਮਈ 2021 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 2696 ਹੈ। ਨਵੇਂ ਪੋਜ਼ੀਟਿਵ ਕੇਸ ਆਏ ਨੇ 310 ਤੇ ਅੱਜ ਕੋਵਿਡ ਦੇ ਨਾਲ ਜਿਹੜੀਆਂ ਡੈਥਸ ਦਾ ਰਿਪੋਰਟ ਹੋਈਆਂ ਉਹ 7 ਰਿਪੋਰਟ ਹੋਈਆਂ। ਇਸ ਵਕਤ ਰੋਜ਼ਾਨਾ 4000 ਦੇ ਕਰੀਬ ਜਿਹੜੇ ਹੈ ਟੈਸਟ ਕੀਤੇ ਜਾ ਰਹੇ ਨੇ ਕੋਵਿਡ ਦੇ। ਮੈਂ ਨਾਲ ਇਹ ਦੱਸਣਾ ਚਾਹੂੰਗੀ ਕਿ ਅਸੀਂ ਕੱਲ੍ਹ ਤੋਂ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਹੈ ਐਕਸਟੈਂਸਿਵ ਕੋਵਿਡ ਅਵੇਅਰਨੈਸ ਕੈਂਪੇਨ ਸਟਾਰਟ ਕੀਤੀ ਹੈ। ਜਿਵੇਂ ਅਸੀਂ ਦੇਖਿਆ ਹੈ ਦੇਸ਼ ਦੇ ਬਹੁਤ ਸਾਰੇ ਰਾਜਾਂ ਦੇ ਵਿੱਚ, ਬਹੁਤ ਸਟੇਟਸ ਦੇ ਵਿੱਚ ਕੋਵਿਡ ਹੁਣ ਪਿੰਡਾਂ ਦੇ ਵਿੱਚ ਪੈਰ ਪਸਾਰ ਰਿਹਾ ਹੈ। ਪਿੰਡਾਂ ਦੇ ਵਿੱਚ ਅਕਸਰ ਕੀ ਹੁੰਦਾ ਹੈ, ਲੋਕ ਕੋਵਿਡ ਲਾਈਕ ਸਿੰਪਟਮਸ ਜਦੋਂ ਆਉਂਦੇ ਨੇ, ਬੁਖਾਰ, ਖਾਂਸੀ, ਨੁਸਖੇ ਟਰਾਈ ਕਰਦੇ ਆ ਜਾਂ ਰਿਪੋਰਟ ਕਰਨ ਤੋਂ ਹਿਚਕਿਚਾਉਂਦੇ ਨੇ। ਇਸ ਦੇ ਨਾਲ ਬਹੁਤ ਕੰਪਲੀਕੇਸ਼ਨਸ ਹੋ ਜਾਂਦੀਆਂ ਨੇ ਤੇ ਜਿਹੜੀਆਂ ਡੈਥਸ ਜਿਹੜੀਆਂ ਰਿਪੋਰਟ ਹੋ ਰਹੀਆਂ ਪਿੰਡਾਂ ਤੋਂ ਬਹੁਤ ਜ਼ਿਆਦਾ। ਸੋ ਮੇਰੀ ਇਹ ਅਪੀਲ ਹੈ ਸਾਰੇ ਪਿੰਡ ਵਾਸੀਆਂ ਨੂੰ, ਖਾਸ ਤੌਰ 'ਤੇ ਸਰਪੰਚਾਂ ਨੂੰ, ਕਿ ਇਹ ਜਿਹੜਾ ਰੂਰਲ ਕੈਂਪੇਨ ਅਸੀਂ ਹੁਣ ਜਿਹਨੂੰ ਅਸੀਂ ਪੇਂਡੂ ਮਿਸ਼ਨ ਫਤਿਹ ਕਹਿੰਦੇ ਹਾਂ, ਉਹ ਜਿਹੜਾ ਸਟਾਰਟ ਕੀਤਾ ਹੈ ਕੱਲ੍ਹ ਤੋਂ, ਉਹਦੇ ਵਿੱਚ ਅਸੀਂ ਹਰ 10 ਪਿੰਡ ਦੇ ਪਿੱਛੇ ਇੱਕ ਟੀਮ ਬਣਾਈ ਹੈ, ਜਿਹਦੇ ਵਿੱਚ ਇੱਕ ਸਿਵਲ ਪ੍ਰਸ਼ਾਸਨ ਤੋਂ ਅਫਸਰ, ਇੱਕ ਪੁਲਿਸ ਪ੍ਰਸ਼ਾਸਨ ਤੋਂ ਅਫਸਰ, ਹੈਲਥ ਡਿਪਾਰਟਮੈਂਟ, ਆਸ਼ਾ ਵਰਕਰ, ਇਹਨਾਂ ਸਾਰਿਆਂ ਦੀ ਟੀਮ ਪਿੰਡਾਂ ਦੇ ਵਿੱਚ ਜਾ ਕੇ ਸਰਪੰਚ ਸਾਹਿਬਾਨ, ਪੰਚਾਇਤ ਮੈਂਬਰਾਂ, ਹੋਰ ਮੁਤਬਰ ਵਿਅਕਤੀਆਂ ਦੇ ਨਾਲ, ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ। ਉਹਨਾਂ ਦੇ ਜਿਹੜੇ ਕੋਈ ਡਾਊਟਸ ਹੈ ਉਹ ਦੂਰ ਕਰ ਰਹੇ ਨੇ। ਇਸ ਦੇ ਨਾਲ ਹੀ ਆਸ਼ਾ ਵਰਕਰਸ ਘਰ ਘਰ ਜਾ ਕੇ ਜਿਹੜੇ ਕੁਝ ਲੋਕਾਂ ਨੂੰ ਕੋਵਿਡ ਲਾਈਕ ਸਿੰਪਟਮਸ ਜਾਂ ਕੋਵਿਡ ਵਰਗੇ ਲੱਛਣ ਮਿਲ ਰਹੇ ਨੇ, ਜਾਂ ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਵਿਅਕਤੀ ਨੇ ਜਾਂ ਕੋਮੋਰਬਿਡਿਟੀ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹੋਣ, ਇਸ ਤਰ੍ਹਾਂ ਦੇ ਵਿਅਕਤੀ ਨੇ, ਉਹਨਾਂ ਦਾ ਜਿਹੜਾ ਡਾਟਾ ਇਕੱਠਾ ਕਰ ਰਹੇ ਨੇ, ਨਾਲ ਹੀ ਉਹਨਾਂ ਨੂੰ ਟੈਸਟ ਕਰਾਉਣ ਲਈ ਪ੍ਰੋਤਸਾਹਿਤ ਕਰ ਰਹੇ ਨੇ। ਇਹਨਾਂ ਟੀਮਾਂ ਦੇ ਨਾਲ ਸਹਿਯੋਗ ਦਿੱਤਾ ਜਾਵੇ, ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਸਹੀ ਦਿੱਤੀ ਜਾਵੇ। ਜੇਕਰ ਸਾਨੂੰ ਪਤਾ ਹੈ ਕਿ ਕਿਸੇ ਪਰਟੀਕੂਲਰ ਘਰ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਅਕਤੀ ਹੈ ਜਿਹਨੂੰ ਬੁਖਾਰ ਹੈ, ਕੋਵਿਡ ਵਰਗੇ ਲੱਛਣ ਨੇ, ਜਾਂ ਉਹ ਹਾਈ ਰਿਸਕ ਦੇ ਵਿੱਚ ਹੈ, ਤਾਂ ਉਹ ਇਹਨਾਂ ਆਸ਼ਾ ਵਰਕਰਸ ਦੀਆਂ ਟੀਮਸ ਨੂੰ ਜ਼ਰੂਰ ਦੱਸਿਆ ਜਾਵੇ ਤਾਂ ਕਿ ਅਸੀਂ ਸਮੇਂ ਸਿਰ ਉਹਨਾਂ ਨੂੰ ਸਹੀ ਇਲਾਜ ਦੇ ਸਕੀਏ। ਮੈਂ ਸਾਰੇ ਜਿਹੜੇ ਪਿੰਡ ਵਾਸੀ ਉਹਨਾਂ ਨੂੰ ਇਹ ਅਪੀਲ ਕਰੂੰਗੀ ਕਿ ਅਸੀਂ ਟੈਸਟਿੰਗ ਤੋਂ ਨਾ ਘਬਰਾਈਏ। ਟੈਸਟਿੰਗ ਟਾਈਮ ਸਿਰ ਹੋਏਗੀ ਤਾਂ ਹੀ ਅਸੀਂ ਇਸ ਬਿਮਾਰੀ ਨੂੰ ਸਹੀ ਟਾਈਮ 'ਤੇ ਫੜ ਕੇ ਉਹਦਾ ਇਲਾਜ ਕਰ ਪਾਵਾਂਗੇ। ਇਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 2 ਸਰਕਾਰੀ ਹਸਪਤਾਲ ਅਤੇ 8 ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੋਵਿਡ ਦਾ ਇਲਾਜ ਚੱਲ ਰਿਹਾ ਹੈ, ਜਿੱਥੇ ਸਾਰੇ ਡਰੱਗਸ, ਜਿਹੜੇ ਮੈਡੀਸਿਨਸ ਕੋਵਿਡ ਦੇ ਲਈ, ਆਕਸੀਜਨ ਦੀ ਅਵੇਲੇਬਿਲਿਟੀ, ਵੈਂਟੀਲੇਟਰਸ ਦੀ ਅਵੇਲੇਬਿਲਿਟੀ ਸਾਰੀ ਹੈ। ਸੋ ਅਸੀਂ ਜੇ ਸਹੀ ਟਾਈਮ 'ਤੇ ਹੀ ਹਸਪੀਟਲ ਲੈ ਜਾਵਾਂਗੇ ਪੇਸ਼ੈਂਟ ਨੂੰ ਤਾਂ ਉਹਨੂੰ ਬਚਾਇਆ ਜਾ ਸਕਦਾ ਹੈ। ਮੈਂ ਤੁਹਾਡੇ ਨਾਲ ਇੱਕ ਕੇਸ ਸ਼ੇਅਰ ਕਰਨਾ ਚਾਹੂੰਗੀ ਜੋ ਸਾਡੇ ਧਿਆਨ ਦੇ ਵਿੱਚ ਕੱਲ੍ਹ ਆਇਆ, ਜਿੱਥੇ ਇੱਕ ਵਿਅਕਤੀ ਨੂੰ ਪੋਜ਼ੀਟਿਵ ਜਦੋਂ ਆਇਆ ਤਾਂ ਸਾਡੀ ਹੈਲਥ ਟੀਮ ਵੱਲੋਂ ਉਹਨਾਂ ਨੂੰ ਘਰ ਜਾ ਕੇ ਚੈੱਕ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਵੀ ਤੁਹਾਡੀ ਆਕਸੀਜਨ ਲੈਵਲ ਘੱਟ ਹੈਗੀ ਹੈ, ਤੁਹਾਨੂੰ ਹਸਪਤਾਲ ਜਾਣ ਦੀ ਲੋੜ ਹੈ। ਲੇਕਿਨ ਉਹਨਾਂ ਵੱਲੋਂ ਮਨਾ ਕੀਤਾ ਗਿਆ ਕਿ ਮੈਂ ਹਸਪਤਾਲ ਨਹੀਂ ਜਾਣਾ ਚਾਹੁੰਦਾ, ਮੈਂ ਇੱਥੇ ਹੀ ਠੀਕ ਹੋ ਜਾਊਂਗਾ, ਮੈਂ ਆਪੇ ਦਵਾਈ ਲਊਂਗਾ। ਸਾਡੀ ਟੀਮ ਵੱਲੋਂ ਬਹੁਤ ਉਹਨਾਂ ਨੂੰ ਸਮਝਾਇਆ ਗਿਆ ਲੇਕਿਨ ਉਹ ਨਹੀਂ ਮੰਨੇ। ਅਫਸੋਸ, ਅਨਫੋਰਚੂਨੇਟਲੀ ਸ਼ਾਮ ਤੱਕ ਉਹਨਾਂ ਦੀ ਡੈਥ ਹੋ ਗਈ। ਜਦੋਂ ਉਹਨਾਂ ਦਾ ਫੋਨ ਆਇਆ ਕਿ ਤਬੀਅਤ ਖਰਾਬ ਹੈ, ਫੈਮਿਲੀ ਦਾ ਫੋਨ ਆਇਆ ਕਿ ਇਹਨੂੰ ਹਸਪੀਟਲ ਲੈ ਕੇ ਜਾਣ ਦੀ ਲੋੜ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਉਹ ਹਸਪੀਟਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ। ਸੋ ਇਹਦੇ ਤੋਂ ਇਹੀ ਅਸੀਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਸਾਡੀ ਹੈਲਥ ਟੀਮ ਕਿਸੇ ਨੂੰ ਵੀ ਪੋਜ਼ੀਟਿਵ ਪੇਸ਼ੈਂਟ ਨੂੰ ਇਹ ਸੁਜੈਸਟ ਕਰਦੀ ਹੈ ਕਿ ਤੁਸੀਂ ਹੁਣ ਹਸਪੀਟਲ ਜਾਣ ਦੀ ਤੁਹਾਨੂੰ ਜ਼ਰੂਰਤ ਹੈ, ਤਾਂ ਪਲੀਜ਼ ਉਹਨਾਂ ਦੀ ਗੱਲ ਮੰਨੋ, ਜੇਕਰ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਦੀ ਜਾਨ ਬਚਾਉਣਾ ਚਾਹੁੰਦੇ ਹੋ। ਬੈੱਡ ਅਵੇਲੇਬਿਲਿਟੀ, ਜਿਵੇਂ ਮੈਂ ਦੱਸਿਆ, ਸਾਡੇ ਹਸਪਤਾਲਾਂ ਦੇ ਵਿੱਚ ਬੈੱਡ ਉਪਲਬਧ ਨੇ। ਅਸੀਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਿਹਦੇ 'ਤੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਸ ਹਸਪਤਾਲ 'ਚ ਕਿੰਨੇ ਬੈੱਡ ਅਵੇਲੇਬਲ ਨੇ। ਅਸੀਂ ਹਰ ਰੋਜ਼ ਕੁਝ ਹਸਪੀਟਲਸ ਦੇ ਵਿੱਚ ਲੈਵਲ 3 ਬੈੱਡ ਜਿਹਦੇ ਵਿੱਚ ਵੈਂਟੀਲੇਟਰ ਦੀ ਫੈਸਿਲਿਟੀ ਹੋਵੇ ਉਹ ਵੀ ਐਡ ਕਰ ਰਹੇ ਹਾਂ। ਜਿਹੜੀਆਂ ਕੋਵਿਡ ਦੇ ਨਾਲ ਸੰਬੰਧਿਤ ਰਿਸਟ੍ਰਿਕਸ਼ਨਸ ਨੇ ਉਹ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾ ਰਹੀਆਂ ਨੇ। ਇਹ ਜਿਹੜਾ ਸਾਡਾ ਹੁਸ਼ਿਆਰਪੁਰ ਦਾ DPRO ਦਾ ਫੇਸਬੁੱਕ ਪੇਜ ਹੈ ਉਹਦੇ 'ਤੇ ਵੀ ਪਬਲਿਸ਼ ਕੀਤੀਆਂ ਜਾਂਦੀਆਂ ਨੇ। ਜੇਕਰ ਕੋਈ ਉਹਦੇ ਵਿੱਚ ਚੇਂਜ ਹੁੰਦਾ ਤਾਂ ਉਹ ਵੀ ਅਸੀਂ ਨਾਲ ਦੇ ਨਾਲ ਉੱਥੇ ਅਪਡੇਟ ਕਰ ਦਿੰਦੇ ਹਾਂ। ਸੋ ਮੇਰੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਤੁਸੀਂ ਜਿਹੜਾ ਹੁਸ਼ਿਆਰਪੁਰ DPRO ਫੇਸਬੁੱਕ ਪੇਜ ਹੈ ਉਹਦੇ 'ਤੇ ਜੋ ਵੀ ਰਿਸਟ੍ਰਿਕਸ਼ਨਸ ਆ ਉਹਦੀ ਸਹੀ ਜਾਣਕਾਰੀ ਉਹਦੇ 'ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ। ਤੇ ਜੇ ਕੋਈ ਉਹਦੇ 'ਚ ਫੇਰ ਬਦਲ ਹੁੰਦਾ ਹੈ, ਕਿਉਂਕਿ ਕਈ ਵਾਰੀ ਲੋੜ ਮੁਤਾਬਿਕ ਕੁਝ ਚੇਂਜਸ ਕਰਨੇ ਪੈਂਦੇ ਨੇ, ਉਹ ਵੀ ਤੁਸੀਂ ਉਸ ਫੇਸਬੁੱਕ ਪੇਜ 'ਤੇ ਦੇਖ ਸਕਦੇ ਹੋ।
ਆਪਣੇ ਸੁਝਾਅ ਵੀ ਤੁਸੀਂ ਉਸੇ ਫੇਸਬੁੱਕ ਪੇਜ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ। ਮੈਂ ਇਸ ਗੱਲ ਤੋਂ ਅਸੀਂ ਜਾਣੂ ਹਾਂ ਕਿ ਕਈ ਲੋਕਾਂ ਨੂੰ ਇਹਨਾਂ ਰਿਸਟ੍ਰਿਕਸ਼ਨਸ ਤੋਂ ਕੁਝ ਸ਼ਿਕਾਇਤਾਂ ਵੀ ਨੇ। ਕਈ ਲੋਕ ਇਹ ਸਮਝਦੇ ਨੇ ਕਿ ਇਹ ਰਿਸਟ੍ਰਿਕਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ, ਦੁਕਾਨਾਂ ਨੂੰ ਖੁੱਲ੍ਹਣ ਦਾ ਜ਼ਿਆਦਾ ਟਾਈਮ ਮਿਲਣਾ ਚਾਹੀਦਾ ਹੈ, ਜਾਂ ਕੁਝ ਜਿਹੜੇ ਅਦਾਰੇ, ਕੁਝ ਟ੍ਰੇਡਸ ਅਸੀਂ ਬੰਦ ਰੱਖੇ ਹੋਏ ਨੇ ਉਹਨਾਂ ਨੂੰ ਖੁੱਲ੍ਹਣ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ। ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਹ ਇਸ ਟਾਈਮ ਜਿਹੜਾ ਬਹੁਤ ਮੁਸ਼ਕਿਲ ਦਾ ਸਮਾਂ ਸਾਡੇ ਉੱਤੇ ਚੱਲ ਰਿਹਾ ਹੈ ਸਾਰਿਆਂ 'ਤੇ, ਕੁਝ ਦਿਨ ਹੋਰ ਅਸੀਂ ਔਖੇ ਹੋ ਕੇ ਕੱਟ ਲਈਏ, ਕਿਉਂਕਿ ਜਾਨ ਬਚਾਉਣੀ ਇਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ, ਪ੍ਰਸ਼ਾਸਨ ਲਈ, ਸਰਕਾਰ ਲਈ। ਥੋੜ੍ਹੇ ਦਿਨ ਜੇ ਅਸੀਂ ਇਹਨਾਂ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਮੈਨੂੰ ਉਮੀਦ ਹੈ ਬਹੁਤ ਜਲਦੀ ਅਸੀਂ ਇਸ ਜਿਹੜੀ ਬਿਮਾਰੀ ਹੈ, ਜਿਹੜਾ ਪੈਂਡੇਮਿਕ ਹੈ। ਅੱਜ 19 ਮਈ 2021 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 2696 ਹੈ। ਨਵੇਂ ਪੋਜ਼ੀਟਿਵ ਕੇਸ ਆਏ ਨੇ 310, ਤੇ ਅੱਜ ਕੋਵਿਡ ਦੇ ਨਾਲ ਜਿਹੜੀਆਂ ਡੈਥਸ ਰਿਪੋਰਟ ਹੋਈਆਂ ਉਹ 7 ਰਿਪੋਰਟ ਹੋਈਆਂ। ਇਸ ਵਕਤ ਰੋਜ਼ਾਨਾ 4000 ਦੇ ਕਰੀਬ ਜਿਹੜੇ ਹੈ ਟੈਸਟ ਕੀਤੇ ਜਾ ਰਹੇ ਨੇ ਕੋਵਿਡ ਦੇ। ਮੈਂ ਨਾਲ ਇਹ ਦੱਸਣਾ ਚਾਹੂੰਗੀ ਕਿ ਅਸੀਂ ਕੱਲ੍ਹ ਤੋਂ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਹੈ ਐਕਸਟੈਂਸਿਵ ਕੋਵਿਡ ਅਵੇਅਰਨੈਸ ਕੈਂਪੇਨ ਸਟਾਰਟ ਕੀਤੀ ਹੈ। ਜਿਵੇਂ ਅਸੀਂ ਦੇਖਿਆ ਹੈ ਦੇਸ਼ ਦੇ ਬਹੁਤ ਸਾਰੇ ਰਾਜਾਂ ਦੇ ਵਿੱਚ, ਬਹੁਤ ਸਟੇਟਸ ਦੇ ਵਿੱਚ ਕੋਵਿਡ ਹੁਣ ਪਿੰਡਾਂ ਦੇ ਵਿੱਚ ਪੈਰ ਪਸਾਰ ਰਿਹਾ ਹੈ। ਪਿੰਡਾਂ ਦੇ ਵਿੱਚ ਅਕਸਰ ਕੀ ਹੁੰਦਾ ਹੈ, ਲੋਕ ਕੋਵਿਡ ਲਾਈਕ ਸਿੰਪਟਮਸ ਜਦੋਂ ਆਉਂਦੇ ਨੇ, ਬੁਖਾਰ, ਖਾਂਸੀ, ਨੁਸਖੇ ਟਰਾਈ ਕਰਦੇ ਆ ਜਾਂ ਰਿਪੋਰਟ ਕਰਨ ਤੋਂ ਹਿਚਕਿਚਾਉਂਦੇ ਨੇ। ਇਸ ਦੇ ਨਾਲ ਬਹੁਤ ਕੰਪਲੀਕੇਸ਼ਨਸ ਹੋ ਜਾਂਦੀਆਂ ਨੇ ਤੇ ਜਿਹੜੀਆਂ ਡੈਥਸ ਜਿਹੜੀਆਂ ਰਿਪੋਰਟ ਹੋ ਰਹੀਆਂ ਪਿੰਡਾਂ ਤੋਂ ਬਹੁਤ ਜ਼ਿਆਦਾ। ਸੋ ਮੇਰੀ ਇਹ ਅਪੀਲ ਹੈ ਸਾਰੇ ਪਿੰਡ ਵਾਸੀਆਂ ਨੂੰ, ਖਾਸ ਤੌਰ 'ਤੇ ਸਰਪੰਚਾਂ ਨੂੰ, ਕਿ ਇਹ ਜਿਹੜਾ ਰੂਰਲ ਕੈਂਪੇਨ ਅਸੀਂ ਹੁਣ ਜਿਹਨੂੰ ਅਸੀਂ ਪੇਂਡੂ ਮਿਸ਼ਨ ਫਤਿਹ ਕਹਿੰਦੇ ਹਾਂ, ਉਹ ਜਿਹੜਾ ਸਟਾਰਟ ਕੀਤਾ ਹੈ ਕੱਲ੍ਹ ਤੋਂ, ਉਹਦੇ ਵਿੱਚ ਅਸੀਂ ਹਰ 10 ਪਿੰਡ ਦੇ ਪਿੱਛੇ ਇੱਕ ਟੀਮ ਬਣਾਈ ਹੈ, ਜਿਹਦੇ ਵਿੱਚ ਇੱਕ ਸਿਵਲ ਪ੍ਰਸ਼ਾਸਨ ਤੋਂ ਅਫਸਰ, ਇੱਕ ਪੁਲਿਸ ਪ੍ਰਸ਼ਾਸਨ ਤੋਂ ਅਫਸਰ, ਹੈਲਥ ਡਿਪਾਰਟਮੈਂਟ, ਆਸ਼ਾ ਵਰਕਰ, ਇਹਨਾਂ ਸਾਰਿਆਂ ਦੀ ਟੀਮ ਪਿੰਡਾਂ ਦੇ ਵਿੱਚ ਜਾ ਕੇ ਸਰਪੰਚ ਸਾਹਿਬਾਨ, ਪੰਚਾਇਤ ਮੈਂਬਰਾਂ, ਹੋਰ ਮੁਤਬਰ ਵਿਅਕਤੀਆਂ ਦੇ ਨਾਲ, ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ। ਉਹਨਾਂ ਦੇ ਜਿਹੜੇ ਕੋਈ ਡਾਊਟਸ ਹੈ ਉਹ ਦੂਰ ਕਰ ਰਹੇ ਨੇ। ਇਸ ਦੇ ਨਾਲ ਹੀ ਆਸ਼ਾ ਵਰਕਰਸ ਘਰ ਘਰ ਜਾ ਕੇ ਜਿਹੜੇ ਕੁਝ ਲੋਕਾਂ ਨੂੰ ਕੋਵਿਡ ਲਾਈਕ ਸਿੰਪਟਮਸ ਜਾਂ ਕੋਵਿਡ ਵਰਗੇ ਲੱਛਣ ਮਿਲ ਰਹੇ ਨੇ, ਜਾਂ ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਵਿਅਕਤੀ ਨੇ ਜਾਂ ਕੋਮੋਰਬਿਡਿਟੀ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹੋਣ, ਇਸ ਤਰ੍ਹਾਂ ਦੇ ਵਿਅਕਤੀ ਨੇ, ਉਹਨਾਂ ਦਾ ਜਿਹੜਾ ਡਾਟਾ ਇਕੱਠਾ ਕਰ ਰਹੇ ਨੇ, ਨਾਲ ਹੀ ਉਹਨਾਂ ਨੂੰ ਟੈਸਟ ਕਰਾਉਣ ਲਈ ਪ੍ਰੋਤਸਾਹਿਤ ਕਰ ਰਹੇ ਨੇ। ਇਹਨਾਂ ਟੀਮਾਂ ਦੇ ਨਾਲ ਸਹਿਯੋਗ ਦਿੱਤਾ ਜਾਵੇ, ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਸਹੀ ਦਿੱਤੀ ਜਾਵੇ। ਜੇਕਰ ਸਾਨੂੰ ਪਤਾ ਹੈ ਕਿ ਕਿਸੇ ਪਰਟੀਕੂਲਰ ਘਰ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਅਕਤੀ ਹੈ ਜਿਹਨੂੰ ਬੁਖਾਰ ਹੈ, ਕੋਵਿਡ ਵਰਗੇ ਲੱਛਣ ਨੇ, ਜਾਂ ਉਹ ਹਾਈ ਰਿਸਕ ਦੇ ਵਿੱਚ ਹੈ, ਤਾਂ ਉਹ ਇਹਨਾਂ ਆਸ਼ਾ ਵਰਕਰਸ ਦੀਆਂ ਟੀਮਸ ਨੂੰ ਜ਼ਰੂਰ ਦੱਸਿਆ ਜਾਵੇ, ਤਾਂ ਕਿ ਅਸੀਂ ਸਮੇਂ ਸਿਰ ਉਹਨਾਂ ਨੂੰ ਸਹੀ ਇਲਾਜ ਦੇ ਸਕੀਏ। ਮੈਂ ਸਾਰੇ ਜਿਹੜੇ ਪਿੰਡ ਵਾਸੀ ਉਹਨਾਂ ਨੂੰ ਇਹ ਅਪੀਲ ਕਰੂੰਗੀ ਕਿ ਅਸੀਂ ਟੈਸਟਿੰਗ ਤੋਂ ਨਾ ਘਬਰਾਈਏ। ਟੈਸਟਿੰਗ ਟਾਈਮ ਸਿਰ ਹੋਏਗੀ ਤਾਂ ਹੀ ਅਸੀਂ ਇਸ ਬਿਮਾਰੀ ਨੂੰ ਸਹੀ ਟਾਈਮ 'ਤੇ ਫੜ ਕੇ ਉਹਦਾ ਇਲਾਜ ਕਰ ਪਾਵਾਂਗੇ। ਇਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 2 ਸਰਕਾਰੀ ਹਸਪਤਾਲ ਅਤੇ 8 ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੋਵਿਡ ਦਾ ਇਲਾਜ ਚੱਲ ਰਿਹਾ ਹੈ, ਜਿੱਥੇ ਸਾਰੇ ਡਰੱਗਸ, ਜਿਹੜੇ ਮੈਡੀਸਿਨਸ ਕੋਵਿਡ ਦੇ ਲਈ, ਆਕਸੀਜਨ ਦੀ ਅਵੇਲੇਬਿਲਿਟੀ, ਵੈਂਟੀਲੇਟਰਸ ਦੀ ਅਵੇਲੇਬਿਲਿਟੀ ਸਾਰੀ ਹੈ। ਸੋ ਅਸੀਂ ਜੇ ਸਹੀ ਟਾਈਮ 'ਤੇ ਹੀ ਹਸਪੀਟਲ ਲੈ ਜਾਵਾਂਗੇ ਪੇਸ਼ੈਂਟ ਨੂੰ, ਤਾਂ ਉਹਨੂੰ ਬਚਾਇਆ ਜਾ ਸਕਦਾ ਹੈ। ਮੈਂ ਤੁਹਾਡੇ ਨਾਲ ਇੱਕ ਕੇਸ ਸ਼ੇਅਰ ਕਰਨਾ ਚਾਹੂੰਗੀ ਜੋ ਸਾਡੇ ਧਿਆਨ ਦੇ ਵਿੱਚ ਕੱਲ੍ਹ ਆਇਆ, ਜਿੱਥੇ ਇੱਕ ਵਿਅਕਤੀ ਨੂੰ ਪੋਜ਼ੀਟਿਵ ਜਦੋਂ ਆਇਆ ਤਾਂ ਸਾਡੀ ਹੈਲਥ ਟੀਮ ਵੱਲੋਂ ਉਹਨਾਂ ਨੂੰ ਘਰ ਜਾ ਕੇ ਚੈੱਕ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਵੀ ਤੁਹਾਡੀ ਆਕਸੀਜਨ ਲੈਵਲ ਘੱਟ ਹੈਗੀ ਹੈ, ਤੁਹਾਨੂੰ ਹਸਪਤਾਲ ਜਾਣ ਦੀ ਲੋੜ ਹੈ। ਲੇਕਿਨ ਉਹਨਾਂ ਵੱਲੋਂ ਮਨਾ ਕੀਤਾ ਗਿਆ ਕਿ ਮੈਂ ਹਸਪਤਾਲ ਨਹੀਂ ਜਾਣਾ ਚਾਹੁੰਦਾ, ਮੈਂ ਇੱਥੇ ਹੀ ਠੀਕ ਹੋ ਜਾਊਂਗਾ, ਮੈਂ ਆਪੇ ਦਵਾਈ ਲਊਂਗਾ। ਸਾਡੀ ਟੀਮ ਵੱਲੋਂ ਬਹੁਤ ਉਹਨਾਂ ਨੂੰ ਸਮਝਾਇਆ ਗਿਆ, ਲੇਕਿਨ ਉਹ ਨਹੀਂ ਮੰਨੇ। ਅਫਸੋਸ, ਅਨਫੋਰਚੂਨੇਟਲੀ ਸ਼ਾਮ ਤੱਕ ਉਹਨਾਂ ਦੀ ਡੈਥ ਹੋ ਗਈ। ਜਦੋਂ ਉਹਨਾਂ ਦਾ ਫੋਨ ਆਇਆ ਕਿ ਤਬੀਅਤ ਖਰਾਬ ਹੈ, ਫੈਮਿਲੀ ਦਾ ਫੋਨ ਆਇਆ ਕਿ ਇਹਨੂੰ ਹਸਪੀਟਲ ਲੈ ਕੇ ਜਾਣ ਦੀ ਲੋੜ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਉਹ ਹਸਪੀਟਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ। ਸੋ ਇਹਦੇ ਤੋਂ ਇਹੀ ਅਸੀਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਸਾਡੀ ਹੈਲਥ ਟੀਮ ਕਿਸੇ ਨੂੰ ਵੀ ਪੋਜ਼ੀਟਿਵ ਪੇਸ਼ੈਂਟ ਨੂੰ ਇਹ ਸੁਜੈਸਟ ਕਰਦੀ ਹੈ ਕਿ ਤੁਸੀਂ ਹੁਣ ਹਸਪੀਟਲ ਜਾਣ ਦੀ ਤੁਹਾਨੂੰ ਜ਼ਰੂਰਤ ਹੈ, ਤਾਂ ਪਲੀਜ਼ ਉਹਨਾਂ ਦੀ ਗੱਲ ਮੰਨੋ, ਜੇਕਰ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਦੀ ਜਾਨ ਬਚਾਉਣਾ ਚਾਹੁੰਦੇ ਹੋ। ਬੈੱਡ ਅਵੇਲੇਬਿਲਿਟੀ, ਜਿਵੇਂ ਮੈਂ ਦੱਸਿਆ, ਸਾਡੇ ਹਸਪਤਾਲਾਂ ਦੇ ਵਿੱਚ ਬੈੱਡ ਉਪਲਬਧ ਨੇ।
ਅਸੀਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਿਹਦੇ ਤੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਸ ਹਸਪਤਾਲ 'ਚ ਕਿੰਨੇ ਬੈੱਡ ਅਵੇਲੇਬਲ ਨੇ। ਅਸੀਂ ਹਰ ਰੋਜ਼ ਕੁਝ ਹਸਪੀਟਲਸ ਦੇ ਵਿੱਚ ਲੈਵਲ 3 ਬੈੱਡ ਜਿਹਦੇ ਵਿੱਚ ਵੈਂਟੀਲੇਟਰ ਦੀ ਫੈਸਿਲਿਟੀ ਹੋਵੇ ਉਹ ਵੀ ਐਡ ਕਰ ਰਹੇ ਹਾਂ। ਜਿਹੜੀਆਂ ਕੋਵਿਡ ਦੇ ਨਾਲ ਸੰਬੰਧਿਤ ਰਿਸਟ੍ਰਿਕਸ਼ਨਸ ਨੇ ਉਹ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾ ਰਹੀਆਂ ਨੇ। ਇਹ ਜਿਹੜਾ ਸਾਡਾ ਹੁਸ਼ਿਆਰਪੁਰ ਦਾ DPRO ਦਾ ਫੇਸਬੁੱਕ ਪੇਜ ਹੈ ਉਹਦੇ 'ਤੇ ਵੀ ਪਬਲਿਸ਼ ਕੀਤੀਆਂ ਜਾਂਦੀਆਂ ਨੇ। ਜੇਕਰ ਕੋਈ ਉਹਦੇ ਵਿੱਚ ਚੇਂਜ ਹੁੰਦਾ ਹੈ ਤਾਂ ਉਹ ਵੀ ਅਸੀਂ ਨਾਲ ਦੇ ਨਾਲ ਉੱਥੇ ਅਪਡੇਟ ਕਰ ਦਿੰਦੇ ਹਾਂ। ਸੋ ਮੇਰੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਤੁਸੀਂ ਜਿਹੜਾ ਹੁਸ਼ਿਆਰਪੁਰ DPRO ਫੇਸਬੁੱਕ ਪੇਜ ਹੈ ਉਹਦੇ 'ਤੇ ਜੋ ਵੀ ਰਿਸਟ੍ਰਿਕਸ਼ਨਸ ਆ ਉਹਦੀ ਸਹੀ ਜਾਣਕਾਰੀ ਉਹਦੇ 'ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ। ਅਤੇ ਜੇ ਕੋਈ ਉਹਦੇ 'ਚ ਫੇਰ ਬਦਲ ਹੁੰਦਾ ਹੈ ਕਿਉਂਕਿ ਕਈ ਵਾਰੀ ਲੋੜ ਮੁਤਾਬਿਕ ਕੁਝ ਚੇਂਜਸ ਕਰਨੇ ਪੈਂਦੇ ਨੇ, ਉਹ ਵੀ ਤੁਸੀਂ ਉਸ ਫੇਸਬੁੱਕ ਪੇਜ 'ਤੇ ਦੇਖ ਸਕਦੇ ਹੋ। ਆਪਣੇ ਸੁਝਾਅ ਵੀ ਤੁਸੀਂ ਉਸੇ ਫੇਸਬੁੱਕ ਪੇਜ 'ਤੇ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ। ਮੈਂ ਇਸ ਗੱਲ ਤੋਂ ਅਸੀਂ ਜਾਣੂ ਹਾਂ ਕਿ ਕਈ ਲੋਕਾਂ ਨੂੰ ਇਹਨਾਂ ਰਿਸਟ੍ਰਿਕਸ਼ਨਸ ਤੋਂ ਕੁਝ ਸ਼ਿਕਾਇਤਾਂ ਵੀ ਨੇ। ਕਈ ਲੋਕ ਇਹ ਸਮਝਦੇ ਨੇ ਕਿ ਇਹ ਰਿਸਟ੍ਰਿਕਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ, ਦੁਕਾਨਾਂ ਨੂੰ ਖੁੱਲ੍ਹਣ ਦਾ ਜ਼ਿਆਦਾ ਟਾਈਮ ਮਿਲਣਾ ਚਾਹੀਦਾ ਹੈ, ਜਾਂ ਕੁਝ ਜਿਹੜੇ ਅਦਾਰੇ, ਕੁਝ ਟ੍ਰੇਡਸ ਅਸੀਂ ਬੰਦ ਰੱਖੇ ਹੋਏ ਨੇ ਉਹਨਾਂ ਨੂੰ ਖੁੱਲ੍ਹਣ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ। ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਹ ਇਸ ਟਾਈਮ ਜਿਹੜਾ ਬਹੁਤ ਮੁਸ਼ਕਿਲ ਦਾ ਸਮਾਂ ਸਾਡੇ ਉੱਤੇ ਚੱਲ ਰਿਹਾ ਹੈ ਸਾਰਿਆਂ 'ਤੇ, ਕੁਝ ਦਿਨ ਹੋਰ ਅਸੀਂ ਔਖੇ ਹੋ ਕੇ ਕੱਟ ਲਈਏ ਕਿਉਂਕਿ ਜਾਨ ਬਚਾਉਣੀ ਇਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ, ਪ੍ਰਸ਼ਾਸਨ ਲਈ, ਸਰਕਾਰ ਲਈ। ਥੋੜ੍ਹੇ ਦਿਨ ਜੇ ਅਸੀਂ ਇਹਨਾਂ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਮੈਨੂੰ ਉਮੀਦ ਹੈ ਬਹੁਤ ਜਲਦੀ ਅਸੀਂ ਇਸ ਜਿਹੜੀ ਬਿਮਾਰੀ ਹੈ, ਜਿਹੜਾ ਪੈਂਡੇਮਿਕ